ਸਤਿ ਸ੍ਰੀ ਅਕਾਲ ਜੀ। ਇੰਜੋਏ ਸਟੋਰੀਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਲਾਲ ਸਾਲੂ ਵਿੱਚ ਲਿਪਟੀ ਉਹ ਆਨੰਦ ਕਾਰਜ 'ਤੇ ਬੈਠੀ ਸੀ। ਚਾਰ ਕੁਲਾਵਾਂ ਨੇ ਉਸ ਨੂੰ ਉਮਰ ਭਰ ਲਈ ਗੁਰਲਾਲ ਦੇ ਨਾਲ ਬੰਨ੍ਹ ਦਿੱਤਾ ਸੀ। ਮੁਕਲਾਵੇ ਦੀ ਰਾਤ ਗੁਰਲਾਲ ਦੇ ਨਾਲ ਘਰ ਸਾਹਮਣਾ ਹੋਇਆ ਸੀ। ਗੁੱਡੀਆਂ ਪਟੋਲਿਆਂ ਨਾਲ ਖੇਡਦਿਆਂ ਵਿੱਚ ਹੀ ਮਾਹੀ ਦਾ ਰੰਗ ਰੂਪ ਆਕਾਰ ਮਿਥਣ ਵਾਲੀ ਚਰਨੋਂ ਟੁੱਟ ਗਈ ਸੀ। ਭਾਗਵਾਨੇ, ਮੇਰੇ ਲਈ ਤਾਂ ਰੱਬ ਨੇ ਰਹਿਮਤਾਂ ਦੇ ਸਾਰੇ ਬੂਹੇ ਖੋਲ੍ਹ ਦਿੱਤੇ। ਪਿੰਡ ਦੀ ਸਾਰੀ ਮੰਡੀਰ ਨੂੰ ਮਿਰਚਾਂ ਲੱਗੀਆਂ ਪਈਆਂ ਨੇ। ਮੇਰੇ ਦੁਆਲੇ ਆਖੇ ਤੇਰੀ ਤਾਂ ਲਾਟਰੀ ਨਿਕਲ ਆਈ। ਮਾਰ ਪੁੱਠਾ ਹੋ ਕੇ ਛਾਲਾਂ। ਸੱਚੀ ਭਾਗਵਾਨੇ, ਮੇਰਾ ਤਾਂ ਜੀ ਕਰਦਾ ਗਲੀਆਂ 'ਚ ਖੁਰਦੂ ਪਾ ਦੇਵਾਂ। ਸ਼ਰਾਬ ਦੀ ਹਵਾੜ ਸਾਰੇ ਕਮਰੇ ਵਿੱਚ ਫੈਲ ਗਈ ਸੀ। ਚਰਨੋਂ ਨੇ ਨੱਕ ਸੰਗੇੜ ਕੇ ਮੂੰਹ ਦੂਜੇ ਪਾਸੇ ਕਰ ਲਿਆ। ਉਸ ਦਾ ਜੀ ਕੀਤਾ ਕਿ ਆਖ ਦੇਵੇ ਕਿ ਰੱਬ ਦਿਆ ਬੰਦਿਆ, ਮੇਰੇ ਲਈ ਤਾਂ ਰੱਬ ਨੇ ਸਾਰੇ ਬੂਹੇ ਢੋ ਦਿੱਤੇ ਨੇ, ਪਰ ਉਹ ਤਾਂ ਪੱਥਰ ਦੀ ਕੋਈ ਬੁੱਤ ਹੀ ਬਣ ਗਈ ਸੀ। ਭਾਗਵਾਨੇ, ਮੈਨੂੰ ਪਤਾ ਹੈ ਇਹ ਤੋਂ ਗੁੱਸੇ 'ਚ ਮੇਰੇ ਨਾਲ ਗੁੱਸੇ ਆ ਕਿ ਮੈਂ ਨਿੱਤ ਪੀਨਾ। ਇਹ ਤਾਂ ਅੱਜ ਮੰਡੀਰ ਖਹਿੜੇ ਪੈ ਗਈ। ਅਖੇ ਪਾਰਟੀ ਲਏ ਬਗੈਰ ਨਹੀਂ ਛੱਡਣਾ। ਭੈਣ ਮਾਂ ਦੇ ਲੈ ਆਪਣੀ ਘੁੰਡ ਚਕਾਈ। ਸ਼ਾਇਦ ਅਸੀਂ ਕੋਈ ਗਹਿਣਾ ਗੱਟਾ ਦਿੰਦੇ ਸ਼ਗਨ 'ਚ, ਪਰ ਕੀ ਕਰਾਂ, ਗਰੀਬ ਬੰਦਾ। ਗੁਰਲਾਲ ਨੇ ਸ਼ਗਨ ਦੇਣ ਲਈ ਜੇਬ 'ਚੋਂ 100 ਦਾ ਨੋਟ ਕੱਢ ਕੇ ਚਰਨੋਂ ਵੱਲ ਵਧਾ ਦਿੱਤਾ ਸੀ। ਨਹੀਂ, ਇਹਦੀ ਕੀ ਲੋੜ ਸੀ। ਚਰਨੋਂ ਨੇ ਥੋੜ੍ਹੀ ਨਾ ਨੁੱਕਰ ਕੀਤੀ। ਗੁਰਲਾਲ ਨੇ ਨੋਟ ਉਸਦੀ ਮੁੱਠੀ ਵਿੱਚ ਦੇ ਦੋਹਾਂ ਹੱਥਾਂ ਨਾਲ ਮੁੱਠੀ ਘੁੱਟ ਦਿੱਤੀ। ਆਪਣਾ ਗੁਆਂਢੀ ਹੈ ਨਾ ਪਾੜਾ ਮਨਵੀਰ, ਪਤਾ ਨਹੀਂ ਨਿੱਕੀ ਦਾ ਝਾਤੀ ਮਾਰ ਗਿਆ। ਕਹਿੰਦਾ 22 ਸਿਆਲਾਂ ਦੀ ਹੀਰ ਪੱਟ ਲਿਆਇਆ। ਕਿਤੇ ਉਹੀ ਤਾਂ ਨਹੀਂ ਜਿਹੜਾ ਪੈਂਟ ਬੁਰਸ਼ਟ ਵਾਲਾ ਮੁੰਡਾ ਸੀਗਾ ਤੁਹਾਡੇ ਨਾਲ ਖੜਾ। ਆਹੋ, ਘਰਾਂ 'ਚੋਂ ਤਾਏ ਦਾ ਪੁੱਤ ਹੈ। ਸੁਣ ਕੇ ਚਰਨੋਂ ਦੇ ਸਰੀਰ 'ਚ ਕਰੰਟ ਫਿਰ ਗਿਆ। ਉਸਨੇ ਦਿਮਾਗ ਵਿੱਚ ਹੀ ਮਨਵੀਰ ਦੇ ਨਕਸ਼ ਚਿੱਤਰੇ। ਮਨਵੀਰ ਦਾ ਸ਼ਹਿਜ਼ਾਦਿਆਂ ਵਰਗਾ ਚਿਹਰਾ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗਾ। ਖਿਆਲਾਂ ਵਿੱਚ ਹੀ ਉਹ ਮਨਵੀਰ ਦੇ ਨਾਲ ਆਕਾਸ਼ ਵਿੱਚ ਉਡਾਰੀ ਲਾਉਂਦੀ ਰਹੀ। ਸਾਰੀ ਰਾਤ ਗੁਰਲਾਲ ਦੀਆਂ ਬੱਚਿਆਂ ਵਰਗੀਆਂ ਜਬਲੀਆਂ ਸੁਣਾਈ ਨਹੀਂ ਸਨ ਦਿੱਤੀਆਂ। ਉਹ ਤਾਂ ਆਪਣੇ ਸੁਪਨਿਆਂ ਦੇ ਰਾਜਕੁਮਾਰ ਨਾਲ ਕਿਸੇ ਹੋਰ ਹੀ ਪਰੀ ਦੇਸ਼ ਵਿੱਚ ਜਾ ਪਹੁੰਚੀ ਸੀ। ਫਿਰ ਮੁਕਲਾਵੇ ਤੋਂ ਤੀਸਰੇ ਦਿਨ ਉਸਦਾ ਮਨਵੀਰ ਨਾਲ ਸਾਹਮਣਾ ਹੋਇਆ। ਉਹ ਆਇਆ ਮਿਲਣ ਤਾਂ ਉਹ ਕੋਲ ਵਿਹੜੇ ਵਿੱਚ ਬੈਠੀ ਸੀ। ਲੈ ਭਾਬੀ ਸ਼ਗਨ। ਚਰਨੋਂ ਨੇ ਸਿਰ ਉੱਪਰ ਚੁੱਕ ਕੇ ਝਾਤੀ ਜਿਹੀ ਮਾਰੀ। ਉੱਚੇ ਲੰਬੇ ਕੱਦ ਦੀਆਂ 2 ਸ਼ਾਹ ਬਲੌਰੀ ਅੱਖਾਂ। ਰਮਜ਼ ਵਾਲੀ ਹਾਸੀ ਹੱਸਿਆ। 100 ਦਾ ਨਵਾਂ ਨੋਟ ਉਸਨੇ ਚਰਨੋਂ ਦੇ ਹੱਥਾਂ ਵਿੱਚ ਫੜਾਉਣ ਦੀ ਬਜਾਏ ਮੰਜੇ 'ਤੇ ਹੀ ਰੱਖ ਦਿੱਤਾ ਸੀ। ਵੇ ਪਾੜਿਆ, ਸ਼ਗਨ ਨੂੰ ਕੀ ਸੀ? ਤੇਰਾ ਕਿਹੜਾ ਹੱਕ ਬਣਦਾ? ਤੂੰ ਤਾਂ ਗੁਰਲਾਲ ਸਿਉਂ ਤੋਂ ਪੂਰੇ 2 ਵਰ੍ਹੇ ਛੋਟਾ ਹੈ। ਗੁਰਲਾਲ ਦੀ ਮਾਂ ਭਾਜੀ ਨਾਲ ਲਿਬੜੀ ਪ੍ਰਾਂਤ ਮਾਂਜਦੀ ਸੀ। ਬੋਲੀ ਸੀ, ਕੋਈ ਨਹੀਂ ਚਾਚੀ, ਵੱਡੇ ਛੋਟੇ ਦਾ ਕੀ ਹੈ, 2 ਸਾਲ ਦਾ ਫਰਕ ਹੈ। 2 ਸਾਲ ਦਾ ਫਰਕ ਕੀ ਹੁੰਦਾ, ਨਾਲੇ ਕਿਹੜਾ ਬਗਾਨਿਆਂ ਨੂੰ ਦਿੱਤਾ ਹੈ। ਮਨਵੀਰ ਨੇ ਪੋਲੇ ਜਿਹੇ ਮੂੰਹ ਨਾਲ ਆਖਿਆ। ਬਈ ਥੋੜ੍ਹੇ ਦੇ ਦਿੰਦਾ, ਕੋਈ ਜ਼ਰੂਰੀ ਹੈ। ਸੋਈ ਦਿਨ ਹੈ, ਬੁੜੀ ਅੰਦਰੋਂ ਲੱਡੂਆਂ ਦਾ ਲਿਫਾਫਾ ਭਰ ਲਿਆਈ ਸੀ। ਸੋ ਕੋਈ ਜ਼ਿਆਦਾ ਹੈ, ਭਾਬੀ ਨੂੰ ਤਾਂ 1000 ਦਾ ਸ਼ਗਨ ਵੀ ਥੋੜ੍ਹਾ ਸੀ। ਲੈ ਦੀ ਕੀ ਲੋੜ ਸੀ ਚਾਚੀ, ਐਵੇਂ ਤੁਸੀਂ ਬਗਾਨਿਆਂ ਵਾਂਗੂ ਉਚੇਚ ਕਰੀ ਜਾਂਦੇ ਹੋ। ਆਹੋ, 100 ਦਾ ਤਾਂ ਝਾੜਾ ਬੇਰੀਆਂ ਨੂੰ ਹੀ ਲੱਗਦਾ ਹੈ ਪੁੱਤਰਾ, ਅਜੇ ਕਮਾਉਣ ਨਹੀਂ ਲੱਗਾ। ਪਿਓ ਦੀ ਕਮਾਈ ਹੈ, ਜਿਵੇਂ ਮਰਜ਼ੀ ਵਰਤੀ ਚੱਲ। ਗੁਰਲਾਲ ਦੇ ਬਾਪੂ ਨੇ ਉਸ ਸਮੇਂ ਮਨਵੀਰ ਨੂੰ ਮੋੜਾ ਦੇ ਦਿੱਤਾ ਸੀ। ਜਵਾਬ ਵਿੱਚ ਮਿੰਨਾ ਜਿਹਾ ਹਾਸਾ ਹੀ ਹੱਸਿਆ ਸੀ। ਚਰਨੋਂ ਨੀਵੀਂ ਪਾ ਗੌਰ ਨਾਲ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ। ਵੇ ਹੁਣ ਕਿਹੜੀ ਜਮਾਤ 'ਚ ਹੋ ਗਿਆ? ਪੜ੍ਹੀ ਜਾਨਾ ਕਿ ਹਟ ਗਿਆ? ਇਹਦਾ ਆਖਰੀ ਸਾਲ ਹੈ ਚਾਚੀ। ਮਨਵੀਰ, ਸਾਨੂੰ ਅਨਪੜ੍ਹ ਬੁੱਧੂਆਂ ਨੂੰ ਕੀ ਪਤਾ BA ਦਾ? ਸਾਨੂੰ ਕੀ ਪਤਾ, ਗਿਣ ਕੇ ਦੱਸ। ਕਿਵੇਂ ਕਲਾਸ 'ਚ ਹੋ ਗਿਆ? ਕਿਹੜੀ ਕਲਾਸ 'ਚ ਹੋ ਗਿਆ? ਬਸ ਚਾਚੀ ਕਰ ਲਈ ਐਤਕੀ। ਚੱਲ ਬਥੇਰੀਆਂ ਹੋ ਗਈਆਂ, ਹੁਣ ਛੱਡ ਖਹਿੜਾ ਕਿਤਾਬਾਂ ਦਾ। ਵਿਆਹ ਵਿਊ ਕਰਾ ਲੈ। ਭੈਣ ਸਾਡੀ ਔਖੀ ਆ ਕੰਮ ਤੋਂ। ਵਾਈ ਬੀਜੀ ਵੱਲੋਂ ਘਰਾਂ 'ਚ ਤੋਂ ਕੰਮ ਨਹੀਂ ਹੁੰਦਾ।
ਭਲਾ ਮਨਵੀਰ ਜਵਾਬ ਵਿੱਚ ਮੁਸਕਰਾਉਣ ਤੋਂ ਸਿਵਾਏ ਕੁਝ ਨਹੀਂ ਸੀ ਕਰ ਸਕਿਆ। ਉਸਨੇ ਇੱਕ ਚੋਰ ਝਾਤੀ ਚਰਨੋਂ ਵੱਲ ਮਾਰੀ। ਚੰਗਾ, ਮੈਂ ਚੱਲਦਾ ਹਾਂ। ਮੇਰਾ ਬਾਪੂ ਤਾਂ ਬਿਨਾਂ ਕਿਸੇ ਗੱਲੋਂ ਚੜ੍ਹਾਈ ਕਰ ਦਿੰਦਾ, ਉੱਡਦਾ ਹੋਊ। ਜ਼ਿਆਦਾ ਦੇਰ ਉੱਥੇ ਠਹਿਰਨਾ ਜ਼ਰੂਰੀ ਨਹੀਂ ਸੀ ਸਮਝਿਆ। ਮਨਵੀਰ ਦੇ ਜਾਣ ਬਾਅਦ ਕਿੰਨਾ ਚਿਰ ਵਿੱਚ ਦੀਆਂ ਗੱਲਾਂ ਚੱਲਦੀਆਂ ਰਹੀਆਂ। ਚਰਨੋਂ ਉਸਦੇ ਖਿਆਲਾਂ ਵਿੱਚ ਹੀ ਡੁੱਬੀ ਰਹੀ ਸੀ। ਜਿਹੋ ਜਿਹਾ ਸ਼ਹਿਜ਼ਾਦਾ ਉਸਨੇ ਆਪਣੇ ਲਈ ਸੋਚਿਆ ਸੀ, ਮਨਵੀਰ ਬਿਲਕੁਲ ਉਹੋ ਜਿਹਾ ਸੀ। ਉੱਚਾ ਲੰਬਾ ਕੱਦ, ਡੁੱਬਦੇ ਸੂਰਜ ਦੀ ਲਾਲੀ ਵਰਗਾ ਰੰਗ, ਘੁੰਗਰਾਲੇ ਵਾਲ, ਸ਼ਾਹ ਬਲੌਰੀ ਤੇ ਦਰਿਆਈ ਅੱਖਾਂ ਤੇ ਤਿੱਖਾ ਨੱਕ। ਮਨਵੀਰ ਇੱਕ ਤੱਕਣੀ ਵਿੱਚ ਹੀ ਉਸਦੇ ਸਾਰੇ ਵਜੂਦ ਉੱਤੇ ਛਾ ਗਿਆ ਸੀ। ਉਸ ਦਿਨ ਤੋਂ ਬਾਅਦ ਗੁਰਲਾਲ ਨਹੀਂ, ਜਿਵੇਂ ਮਨਵੀਰ ਹੀ ਹਰ ਰਾਤ ਉਸਦੇ ਨਾਲ ਰਿਹਾ ਸੀ। ਬੀਬੀ ਚਾਚੀ ਨੂੰ ਕਹਿ ਭਾਬੀ ਤੋਂ ਗੋਹਾ ਨਾ ਸੁਟਾਇਆ ਕਰੇ, ਇਹ ਤਾਂ ਲੋਟ ਨਹੀਂ। ਮਨਵੀਰ ਨੇ ਗੋਹਾ ਸੁੱਟਣ ਆਈ ਚਰਨੋਂ ਨੂੰ ਇੱਕ ਦਿਨ ਗੁੱਝੀ ਨਸ਼ਤਰ ਲਾਈ। ਆਹ ਹੱਥ ਜੋ ਮੈਲੇ ਹੁੰਦੇ ਨੇ ਪਦਮਨੀ ਦੇ, ਕਹਿ 5-7 ਨੌਕਰ ਚਾਕਰ ਵੱਡਾ। ਮਨਵੀਰ ਸੰਗਦਾ ਜਿਹਾ ਸੁਣ ਕੇ ਕੱਚਾ ਜਿਹਾ ਪੈ ਗਿਆ। ਚਰਨੋਂ ਅੱਖਾਂ ਵਿੱਚ ਹੱਸੀ। ਉਹ ਨੀਵੀਂ ਪਾਏ ਮਨਵੀਰ ਵੱਲ ਝਾਕੀ ਤਾਂ ਉਸਦਾ ਹੌਂਕਾ ਜਿਹਾ ਨਿਕਲ ਗਿਆ। ਐਂ ਕਰੋ, ਰੰਨਾਂ ਨੂੰ ਪਾ ਕੇ ਰੱਖੋ ਪਟਾਰੀਆਂ 'ਚ ਤੇ ਬੁੱਢੀਆਂ ਮਾਵਾਂ ਕੋਲੋਂ ਕਰਾਓ ਗੋਹਾ ਕੂੜਾ ਤੇ ਘਰ-ਬਾਰ ਦਾ ਕੰਮ। ਬਾਲ ਦੀ ਖੱਲ ਉਧੇੜ ਰਹੀ ਸੀ। ਕੱਲ ਕਲੋਤਰ ਨੂੰ ਤੇਰੀ ਘਰਵਾਲੀ ਆ ਜਾਊ, ਤੂੰ ਹੁਣ ਕਰ ਲਈ ਭਾਬੀ। ਤੇਰੀ ਵਾਰ ਕਰਾਉਂਦਿਆਂ ਮੈਨੂੰ ਸਲੋਕ ਸੁਣਨੇ ਪੈ ਗਏ। ਮਨਵੀਰ ਨੇ ਉੱਥੋਂ ਖਿਸਕਣਾ ਹੀ ਚੰਗਾ ਸਮਝਿਆ ਸੀ। ਉਸ ਦਿਨ ਸਾਰੀ ਦਿਹਾੜੀ ਮਨਵੀਰ ਦਾ ਹੱਸਦਾ ਚਿਹਰਾ ਉਹਦੀਆਂ ਅੱਖਾਂ ਮੂਹਰੇ ਤੈਰਦਾ ਰਿਹਾ। ਘਰ ਦਾ ਕੰਮ ਕਰਦਿਆਂ ਉਸਦੇ ਹੱਥੋਂ ਚਾਹ ਵਾਲੀ ਪਤੀਲੀ ਛੁੱਟਦੀ 2 ਵਾਰੀ ਬਚੀ ਸੀ। ਕੁੜੇ ਬਹੂ, ਕੀ ਗੱਲ, ਚਿੱਤ ਢਿੱਲਾ ਹੈ ਤੇਰਾ? ਖਿਆਲ ਰੱਖਿਆ ਕਰ, ਪਿੱਛੇ ਪੇਕਿਆਂ ਵਿੱਚ ਤਾਂ ਨਹੀਂ ਧਿਆਨ ਹੋ ਗਿਆ, ਉਦਰੇਵਾਂ ਜਿਹਾ ਤਾਂ ਨਹੀਂ ਹੋ ਜਾਂਦਾ। ਕਈ ਵਾਰ ਗੁਰਲਾਲ ਦੀ ਮਾਂ ਨੇ ਚਰਨੋਂ ਨੂੰ ਕੋਖੀਆਂ ਨਜ਼ਰਾਂ ਨਾਲ ਦੇਖਿਆ ਸੀ। ਚਰਨੋਂ ਨੂੰ ਜਿਵੇਂ ਕਿਸੇ ਨੇ ਨੀਂਦ 'ਚੋਂ ਜਗਾਇਆ। ਉਸਦੇ ਖਿਆਲਾਂ ਦੀ ਲੜੀ ਟੁੱਟ ਗਈ ਸੀ। ਉਹਦਾ ਹੱਥ 'ਚ ਕਿਤਾਬਾਂ ਫੜੀ ਬੂਹਿਓਂ ਨਿਕਲਦੇ ਮਨਵੀਰ ਨਾਲ ਹੀ ਗੱਲਾਂ ਕਰਦੀ ਪਈ ਸੀ। ਭਾਬੀ, ਤੂੰ ਖਾਲੀ ਟੋਕਰੀ ਲੈ ਕੇ ਮੱਥੇ ਨਾ ਲੱਗਿਆ ਕਰ, ਸਾਰਾ ਦਿਨ ਮੂਡ ਖਰਾਬ ਰਹਿੰਦਾ ਹੈ, ਕੰਮ ਨਹੀਂ ਬਣਦਾ ਕੋਈ ਵੀ। ਵਿਗੜਿਆ ਮਨਾਂ 'ਚ ਤਾਂ ਲੱਡੂ ਹੋਣੇ ਆ। ਮੇਰੀ ਸਹੁੰ, ਮੇਰਾ ਮੱਥਾ ਲੱਗਣਾ ਮਾੜਾ ਲੱਗਦਾ? ਚੰਦਰਿਆ, ਤੂੰ ਇੱਕ ਵਾਰੀ ਕਹਿ ਮੂੰਹ ਤਾਂ ਕੀ, ਮੈਂ ਤੇਰੇ ਊਂਹੀ ਮੱਥੇ ਨਹੀਂ ਲੱਗਦੀ। ਚਰਨੋਂ ਦੀਆਂ ਝੀਲ ਵਰਗੀਆਂ ਅੱਖਾਂ ਵਿੱਚ ਕੋਈ ਅਥਰੂ ਦਾ ਹੜ੍ਹ ਆ ਗਿਆ ਸੀ। ਆਵਾਜ਼ ਜਿਵੇਂ ਕਿਸੇ ਡੂੰਘੇ ਖੂਹ 'ਚੋਂ ਆਈ ਹੋਵੇ। ਸੁਣ ਕੇ ਮਨਵੀਰ ਪਿਘਲ ਗਿਆ ਸੀ। ਉਸਨੂੰ ਆਪਣੇ ਮਜ਼ਾਕ 'ਤੇ ਡਾਢਾ ਪਛਤਾਵਾ ਹੋਇਆ। ਮੈਂ ਤਾਂ ਭਾਬੀ ਊਂਹੀ ਮਜ਼ਾਕ ਕਰਦਾ ਸੀ, ਤੂੰ ਐਵੇਂ ਗੁੱਸਾ ਮੰਨ ਗਈ। ਮਨਵੀਰ ਪੈਰਾਂ ਦੇ ਅੰਗੂਠੇ ਨਾਲ ਧਰਤੀ ਖੁਰਚਦਾ ਰਿਹਾ ਸੀ। ਭੈੜਿਆ ਮਜ਼ਾਕ ਵੀ ਹੱਸਦੇ ਦਿਲਾਂ ਨੂੰ ਹੀ ਚੰਗੇ ਲੱਗਦੇ ਆ। ਚਰਨੋਂ ਦੀ ਦੁੱਖ 'ਚ ਗ੍ਰਸਤੀ ਆਵਾਜ਼ ਸੁਣ ਕੇ ਮਨਵੀਰ ਨੇ ਵਹਿ ਤੁਰਿਆ ਸੀ। ਉਹ ਉੱਥੇ ਹੀ ਖੜਾ ਕਿੰਨਾ ਚਿਰ ਆਪਣੇ ਆਪ ਨੂੰ ਕੋਸਦਾ ਰਿਹਾ। ਚਰਨੋਂ ਚੁੱਪਚਾਪ ਤੁਰ ਗਈ ਸੀ। ਫਿਰ ਕਈ ਦਿਨ ਮਨਵੀਰ ਉਸਦਾ ਸਾਹਮਣਾ ਨਹੀਂ ਸੀ ਕਰ ਸਕਿਆ। ਉਹ ਮੱਥੇ ਲੱਗਣੋਂ ਡਰਦਾ ਰਿਹਾ। ਮਨਵੀਰ ਬਾਹਰ ਹੀ ਨਹੀਂ ਨਿਕਲਿਆ, ਕਦੇ ਅੰਦਰ ਹੀ ਕੁੜੀਆਂ ਵਾਂਗੂ ਮੂੰਹ ਲੁਕਾ ਕੇ ਬੈਠਾ ਰਹਿੰਦਾ। ਉਸਦੀ ਮਾਂ ਨੇ ਕਿਹਾ ਕਿ ਸੂਤਕ ਵਾਂਗੂ ਬਾਹਰ ਨਹੀਂ ਨਿਕਲਦਾ ਕਿ ਹਵਾ ਲੱਗ ਜੂ। ਹਾਰ ਕੇ ਇੱਕ ਦਿਨ ਘਰ ਆ ਗਈ ਸੀ। ਕੀ ਪਤਾ ਭਾਈ ਤੈਨੂੰ ਹੀ ਦੱਸ ਦੇਵੇ। ਭਾਈ, ਤੂੰ ਤਾਂ ਨਹੀਂ ਪਾ ਦਿੱਤਾ ਦਿਓਰ ਦੇ ਸਿਰ ਵਿੱਚ ਕੁਛ? ਮਾਦੋ ਜਿਹਾ ਬਣਿਆ ਫਿਰਦਾ, ਤੂੰ ਆਪ ਹੀ ਪੁੱਛ ਲੈ ਗਾਹਾਂ ਹੋ ਕੇ। ਇੰਨਾ ਆਖ ਕੇ ਉਹ ਕਿਤੇ ਚਲੀ ਗਈ। ਉਸਦੀ ਆਖੀ ਸਹਿਜ ਸੁਭਾਅ ਗੱਲ ਸੁਣ ਕੇ ਚਰਨੋਂ ਲਾਲ ਸੂਹੀ ਹੋ ਗਈ ਸੀ। ਉਹ ਹੌਲੀ ਜਿਹੇ ਮਨਵੀਰ ਦੇ ਮੰਜੇ ਦੀ ਬਾਹੀ 'ਤੇ ਜਾ ਬੈਠੀ ਸੀ। ਗੁੱਸੇ ਲੱਗਦਾ ਨਹੀਂ ਤਾਂ ਚੰਦਰਿਆ ਮੱਥੇ ਵੀ ਨਹੀਂ ਲੱਗਦਾ। ਤੈਨੂੰ ਕੀ ਪਤਾ ਕਿੰਨੇ ਪਾਪੜ ਵੇਲਦੀ ਆ ਤੇਰੇ ਕੋਲ ਜਾਣ ਲਈ। ਬੁੜੀ ਵੀ ਬੁੜਬੁੜ ਕਰਨ ਲੱਗ ਪਈ ਆ। ਚਰਨੋਂ ਦੀ ਆਵਾਜ਼ ਕੰਬਣ ਲੱਗੀ ਸੀ। ਸਾਰੀ ਉਦਾਸੀ ਜਿਵੇਂ ਉਸਦੇ ਚਿਹਰੇ 'ਤੇ ਉਤਰ ਆਈ ਸੀ। ਇਸ ਨਿਕਰਮਨ ਦੇ ਭਾਗੀ ਤਾਂ ਕੁਝ ਨਹੀਂ ਲਿਖਿਆ। ਚਾਚੀ ਨੇ ਆਖਿਆ, ਕੁਝ ਮਿੱਟੀ ਨੂੰ ਕੋਈ ਕੀ ਕਹਿ ਲਊ। ਕੀ ਗੱਲ ਬਾਈ 3-5 ਕਰਦਾ ਹੈ ਕੱਲ ਨੂੰ ਮਨਵੀਰ? ਉਹ ਤਾਂ ਵਿਚਾਰਾ ਰੱਬ ਦਾ
ਭਗਤ ਉੱਠਦੇ ਬਹਿੰਦੇ ਨਾਮ ਜਪਦਾ। ਮੇਰਾ ਫਿਰ ਭਾਬੀ ਕਾਹਨੂੰ ਦੁਖੀ ਕਰਦਾ, ਕੀ ਫਾਇਦਾ ਭਾਬੀ, ਐਵੇਂ ਦਿਲ ਖਰਾਬ ਨਹੀਂ ਕਰੀਦਾ। ਮੈਂ ਬਾਈ ਨੂੰ ਕਹੂੰ ਕਿ ਤੇਰਾ ਖਿਆਲ ਰੱਖਿਆ ਕਰੇ। ਫਿਰ ਵੀ ਪਤੰਦਰਾਂ ਲਾਵਾਂ ਲਈਆਂ ਮਹਾਰਾਜ ਦੀ ਹਜ਼ੂਰੀ 'ਚ। ਮਨਵੀਰ ਨੇ ਚਰਨੋਂ ਨੂੰ ਖੁਸ਼ ਕਰਨ ਦੇ ਲਹਿਜੇ ਨਾਲ ਗੱਲ ਦਾ ਵਿਸ਼ਾ ਬਦਲਣਾ ਚਾਹਿਆ ਸੀ। ਮਨਵੀਰ 4 ਕੁ ਲਾਵਾਂ ਲੈ ਕੇ, ਜੇ ਬੰਦਾ ਕਿਸੇ ਦਾ ਹੋ ਜੇ ਤਾਂ ਘਾਟਾ ਕਾਹਦਾ, ਇਹ ਤਾਂ ਐਵੇਂ ਕਰਨ ਦੀਆਂ ਗੱਲਾਂ, ਚਰਨੋਂ ਉਦਾਸੀ ਦੇ ਹੋਰ ਡੂੰਘੇ ਸਾਗਰ ਵਿੱਚ ਲੈ ਗਈ। ਮਨਵੀਰ ਦੇ ਚਿਹਰੇ ਦਾ ਰੰਗ ਹੋਰ ਵੀ ਪੀਲਾ ਹੋ ਗਿਆ। ਉਹ ਖਿਆਲ ਵਿੱਚ ਇੱਕ ਟੱਕ ਦੇਖਣ ਲੱਗਾ। ਚਰਨੋਂ ਦੀ ਗੱਲ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਚੰਦਰਿਆ ਬਸ ਮੂੰਹ ਹੀ ਦਿਖਾ ਦਿਆ ਕਰ, ਦਿਨ 'ਚ ਇੱਕ ਵਾਰੀ, ਹੋਰ ਕੁਝ ਨਹੀਂ ਮੰਗਦੀ। ਚਰਨੋਂ ਦੇ ਮੂੰਹੋਂ ਇੱਕ ਤਰਲਾ ਜਿਹਾ ਨਿਕਲਿਆ ਸੀ। ਉਸਨੇ ਮਨਵੀਰ ਦੇ ਹੱਥ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਪੋਲੇ ਜਿਹੇ ਘੁੱਟਿਆ ਸੀ। ਮਨਵੀਰ ਦਾ ਦਿਲ ਘਟਣ ਲੱਗਾ। ਤੈਨੂੰ ਅਜੇ ਵੀ ਕਹਿਣਾ ਪਊ, ਮੇਰੀਆਂ ਨਜ਼ਰਾਂ ਤੈਨੂੰ ਕੁਝ ਨਹੀਂ ਕਹਿੰਦੀਆਂ। ਚਰਨੋਂ ਸਿੱਧਾ ਉਸਦੀਆਂ ਅੱਖਾਂ ਵਿੱਚ ਝਾਕੀ। ਭਾਬੀ ਇਹ ਤਾਂ ਧੋਖਾ ਹੈ ਬਾਈ ਨਾਲ। ਮਨਵੀਰ ਦਾ ਸਰੀਰ ਠੰਡਾ ਪੈ ਗਿਆ ਸੀ। ਤੂੰ ਹੁਣ ਧੋਖਾ? ਚੰਦਰਿਆ ਜਿਹੜਾ ਮੇਰੇ ਨਾਲ ਹੁੰਦਾ ਆ ਰਿਹਾ, ਇਹ ਕੋਈ ਪੁੰਨ ਹੈ? ਤੂੰ ਹੀ ਦੱਸ, ਹੈ ਕੋਈ ਮੇਲ ਮੇਰਾ ਤੇ ਤੇਰੇ ਬਾਈ ਦਾ? ਤੂੰ ਮੇਰੀਆਂ ਅੱਖਾਂ 'ਚ ਨਹੀਂ ਵੇਖਦਾ। ਉਸਨੇ ਬਾਹੋਂ ਫੜ ਕੇ ਮਨਵੀਰ ਨੂੰ ਹਲੂਣਿਆ। ਤੈਨੂੰ ਮੇਰੀਆਂ ਅੱਖਾਂ 'ਚ ਬਲਦੀ ਅੱਗ ਨਹੀਂ ਦਿਖਦੀ? ਤੂੰ ਮੇਰੇ ਅੰਦਰ ਦੀ ਅੱਗ ਨੂੰ ਨਹੀਂ ਵੇਖ ਸਕਦਾ? ਭਾਬੀ ਮਨਵੀਰ ਨੂੰ ਕੋਈ ਗੱਲ ਨਹੀਂ ਸੀ ਔੜ ਰਹੀ। ਉਸਨੇ ਗੋਡਿਆਂ ਵਿੱਚ ਸਿਰ ਲੈ ਲਿਆ। ਕੋਈ ਮੇਰੇ ਅੰਦਰ ਵੜ ਕੇ ਤਾਂ ਦੇਖੇ, ਤੀਵੀਂ ਤਾਂ ਬਣੀ ਧੁਖਣ ਵਾਸਤੇ ਹੈ। ਮੇਰੀ ਗੱਲ ਦਾ ਜਵਾਬ ਦੇ। ਅੱਗ ਨੂੰ ਧੁਖਣਾ ਚਾਹੀਦਾ ਹੈ ਕਿ ਲੱਟ ਲੱਟ ਬਲਣਾ? ਚਰਨੋਂ ਦੇ ਕਿਸੇ ਵੀ ਸਵਾਲ ਦਾ ਜਵਾਬ ਮਨਵੀਰ ਕੋਲ ਨਹੀਂ ਸੀ। ਤਾਂ ਸਹੀ, ਅੱਗ ਨੂੰ ਅੱਗ ਨਹੀਂ ਚਾਹੀਦੀ। ਖੈਰ ਤੈਨੂੰ, ਤੇਰੀ ਮਰਜ਼ੀ। ਤੇਰਾ ਉੱਕਾ ਗੁੱਸਾ ਨਹੀਂ। ਤੂਫਾਨ ਖੜਾ ਹੋਇਆ ਸੀ। ਉਹ ਚਰਨੋਂ ਅਤੇ ਗੁਰਲਾਲ ਦਾ ਮੇਲ ਕਰਦਾ ਰਿਹਾ। ਚਰਨੋਂ ਦੀ ਅੱਗ ਵਰਗੀ ਜਵਾਨੀ ਅਤੇ ਗੁਰਲਾਲ ਦਾ ਸਾਧਾਂ ਵਰਗਾ ਸੁਭਾਅ ਵਾਰ-ਵਾਰ ਉਸਦੇ ਅੱਗੇ ਆ ਖੜਿਆ ਸੀ। ਜ਼ਿੰਦਗੀ ਵਿੱਚ ਉਹ ਪਹਿਲੀ ਵਾਰ ਇੰਨਾ ਪਰੇਸ਼ਾਨ ਹੋਇਆ ਸੀ। ਚਰਨੋਂ ਕਈ ਦਿਨ ਉਸਦੇ ਮੱਥੇ ਨਾ ਲੱਗੀ। ਇਕੱਲੇ ਪਏ ਮਨਵੀਰ ਦੀ ਹਾਲਤ ਪਾਗਲਾਂ ਵਰਗੀ ਹੋਈ ਪਈ ਸੀ। ਉਹ ਅਜੀਬ ਸਥਿਤੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਸੀ। ਇਸ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਉਸਨੂੰ ਦਿਖਾਈ ਨਹੀਂ ਸੀ ਦਿੰਦਾ। ਉਹ ਆਪਣੇ ਆਪ ਨੂੰ ਬਹੁਤ ਵੱਡਾ ਗੁਨਾਹਗਾਰ ਸਮਝ ਰਿਹਾ ਸੀ। ਪੀਲਾ ਭੁੱਕ ਵਰਗਾ ਰੰਗ ਵੇਖ ਮਾਂ ਸ਼ਾਮ ਨੂੰ ਟੋਭੇ ਵਾਲੇ ਸਾਧ ਦੇ ਧੂਣੇ ਦੀ ਰਾਖ ਲੈ ਕੇ ਨੀਮ ਹਕੀਮ ਡਾਕਟਰਾਂ ਤੋਂ ਪੁੜੀਆਂ ਲੈ ਕੇ ਆਈ ਸੀ। ਮਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਹ ਡਾਕਟਰ ਦੇ ਦਵਾਈ ਲੈਣ ਨਾਲ ਠੀਕ ਨਹੀਂ ਸੀ ਹੋ ਰਿਹਾ। ਮਨਵੀਰ ਦੀ ਬਿਮਾਰੀ ਦੀ ਭਿਣਕ ਚਰਨੋਂ ਤੱਕ ਵੀ ਜਾ ਪਹੁੰਚੀ ਸੀ। ਭਾਬੀ ਚਰਨੋਂ ਨੂੰ ਵੇਖ ਕੇ ਮਨਵੀਰ ਦੀ ਬਿਮਾਰੀ ਖੰਭ ਲਾ ਕੇ ਉੱਡ ਗਈ। ਚਰਨੋਂ ਚੁੱਪਚਾਪ ਉਸਦੇ ਮੰਜੇ ਦੀ ਬਾਹੀ 'ਤੇ ਆ ਬੈਠੀ ਸੀ। ਮਾਂ ਕਿਸੇ ਨੀਮ ਹਕੀਮ ਤੋਂ ਉਸਦਾ ਇਲਾਜ ਤਲਬ ਕਰਨ ਲਈ ਗਈ ਹੋਈ ਸੀ। ਕੀ ਗੱਲ ਮਨਵੀਰ, ਰੰਗ ਦੇਖ ਜਮਾਂ ਹੀ ਪੀਲਾ ਹੋਇਆ ਪਿਆ। ਚਰਨੋਂ ਨੇ ਉਸਦੇ ਮੱਥੇ 'ਤੇ ਹੱਥ ਰੱਖਿਆ। ਕੁਝ ਨਹੀਂ ਚਰਨੋਂ, ਬਸ ਐਵੇਂ। ਮਨਵੀਰ ਨੇ ਪਹਿਲੀ ਵਾਰ ਭਾਬੀ ਦੀ ਥਾਂ ਉਸਨੂੰ ਨਾਮ ਨਾਲ ਬੁਲਾਇਆ ਸੀ। ਚਰਨੋਂ ਦੇ ਅੰਦਰੋਂ ਰੁੱਗ ਭਰਿਆ ਗਿਆ। ਉਸਨੇ ਗੌਰ ਨਾਲ ਮਨਵੀਰ ਦੀਆਂ ਅੱਖਾਂ ਵਿੱਚ ਵੇਖਿਆ। ਉਹਨਾਂ ਵਿੱਚ ਲੱਜਾ ਸਾਫ਼ ਦਿਖਾਈ ਦਿੰਦੀ ਸੀ। ਚਰਨੋਂ ਤੂੰ ਉਸ ਦਿਨ ਮੇਰੇ ਤੋਂ ਅੱਗ ਮੰਗੀ ਸੀ ਨਾ? ਮਨਵੀਰ ਕਿਹੋ ਜਿਹੀਆਂ ਗੱਲਾਂ ਕਰਦਾ ਹੈ? ਚਰਨੋਂ ਨੇ ਸਮਝਿਆ ਜਿਵੇਂ ਮਨਵੀਰ ਬੁਖਲਾ ਗਿਆ ਹੈ ਤੇ ਬੁਖਾਰ ਵਿੱਚ ਬੁੜਬੁੜ ਕਰ ਰਿਹਾ ਹੋਵੇ। ਹਾਂ ਚਰਨੋਂ ਤੋਂ ਅੱਗ ਬਾਰੇ ਕਿਹਾ ਸੀ ਨਾ? ਆਹ ਦੇਖ ਮੇਰੇ ਸੀਨੇ ਵਿੱਚ ਵੀ ਲਾਵਾ ਬਲ ਰਿਹਾ। ਮਨਵੀਰ ਦੇ ਅੰਦਰੋਂ ਤਰਲਾ ਜਿਹਾ ਨਿਕਲਿਆ। ਚਰਨੋਂ ਹੈਰਾਨ ਹੋ ਕੇ ਉਸ ਵੱਲ ਵੇਖਦੀ ਹੀ ਰਹਿ ਗਈ। ਦੇਖ ਚਰਨੋਂ, ਨਾ ਕਰੀ, ਤੈਨੂੰ ਮੇਰੀ ਸਹੁੰ। ਮਨਵੀਰ ਨੇ ਚਰਨੋਂ ਦੀਆਂ ਉਂਗਲਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮਸਲਿਆ। ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਇੱਕ ਅਜੀਬ ਜਿਹੀ ਜਲੂਨ ਚਰਨੋਂ ਦੇ ਸਰੀਰ 'ਚੋਂ ਪੈਦਾ ਹੋਈ। ਦਿਲ ਦੀ ਧੜਕਣ ਕਈ ਵਾਰ ਵੱਧ ਗਈ। ਉਹ ਜ਼ਿਆਦਾ ਦੇਰ ਉੱਥੇ ਖੜੀ ਨਾ ਰਹਿ ਸਕੀ। ਦਰਵਾਜ਼ਾ ਬੰਦ ਕਰਕੇ ਕਿੰਨਾ ਚਿਰ ਆਪਣੇ ਆਪ ਨੂੰ ਦੇਖਦੀ ਰਹੀ ਸੀ। ਘਬਰਾਹਟ
ਨੇ ਉਸ ਨੂੰ ਬੁਰੀ ਤਰ੍ਹਾਂ ਘੇਰਿਆ ਹੋਇਆ ਸੀ। ਉਸ ਨੂੰ ਆਪਣੇ ਜਿਸਮ 'ਚੋਂ ਸੇਕ ਨਿਕਲਦਾ ਮਹਿਸੂਸ ਹੋਇਆ ਸੀ। ਦਿਲ ਦੀ ਧੜਕਣ ਤੇਜ਼ ਹੋਈ ਪਈ ਲੱਗਦੀ ਸੀ। ਅੱਥਰੇ ਘੋੜੇ ਵਾਂਗ ਸਰ ਪਰ ਦੌੜਨ ਲੱਗੀ ਸੀ। ਤਾਂ ਕੀ ਰਾਹੀਂ ਆਉਂਦੀ ਸੀਤ ਹਵਾ ਜਿਵੇਂ ਜੇਠ ਹਾੜ ਦੀ ਤੱਤੀ ਲੂ ਦਾ ਬੁੱਲਾ ਬਣ ਗਈ ਹੋਵੇ। ਅੰਗ ਅੰਗ ਝੂਠਾ ਪੈਂਦਾ ਜਾਪਿਆ। ਉਹ ਗੁਸਲਖਾਨੇ ਵਿੱਚ ਵੜ ਕੇ ਆਪਣੇ ਪਿੰਡੇ 'ਤੇ ਪਾਣੀ ਪਾਉਂਦੀ ਰਹੀ। ਟਰੰਕ ਵਿੱਚ ਸਾਂਭਿਆ ਪਿਆ ਆਨੰਦਾਂ ਵਾਲਾ ਸੂਟ ਕੱਢ ਕੇ ਪਾਇਆ ਅਤੇ ਸ਼ੀਸ਼ੇ ਅੱਗੇ ਖੜੀ ਹੋ ਕੇ ਆਪਣੇ ਇੱਕ ਇੱਕ ਅੰਗ ਨੂੰ ਨਿਹਾਰਿਆ। ਉਸ ਨੂੰ ਲੱਗਿਆ ਜਿਵੇਂ ਨੱਕ ਦੇ ਕੋਕੇ ਦੀ ਚਮਕ ਕਈ ਗੁਣਾ ਵੱਧ ਗਈ ਹੋਵੇ। ਕੰਨਾਂ ਦੇ ਝੁਮਕੇ ਜਿਵੇਂ ਕੋਈ ਨਾਗ ਬਣ ਗਏ ਸਨ। ਗੋਰੀਆਂ ਗੱਲਾਂ ਦਾ ਰੰਗ ਹੋਰ ਵੀ ਗੂੜਾ ਹੋ ਗਿਆ ਸੀ। ਉਹ ਇੱਕਦਮ ਸ਼ੀਸ਼ੇ ਤੋਂ ਪਾਸੇ ਹੋ ਗਈ। ਉਸਨੇ ਖਿਆਲਾਂ ਵਿੱਚ ਹੀ ਆਪਣੇ ਆਪ ਨੂੰ ਗੁਰਲਾਲ ਨਾਲ ਮਿਲਾਇਆ ਤਾਂ ਸਾਰਾ ਮੂੰਹ ਕੌੜਾ ਕੌੜਾ ਹੋ ਗਿਆ ਸੀ। ਉਸਨੇ ਅੰਗੀਠੀ 'ਤੇ ਪਈ ਫਰੇਮ ਵਿੱਚ ਜਿਹੜੀ ਗੁਰਲਾਲ ਦੀ ਫੋਟੋ ਵੱਲ ਦੇਖਿਆ ਸੀ, ਆਮ ਨਾਲੋਂ ਛੋਟਾ ਕੱਦ, ਜ਼ਿਆਦਾ ਭੁੰਨੇ ਗੁੜ ਦੇ ਕੜਾਹ ਵਰਗਾ ਰੰਗ, ਮੱਥਾ ਅੱਗਿਓਂ ਚੌੜਾ, ਨੈਣ ਨਕਸ਼ ਸਧਾਰਨ, ਅੱਖਾਂ ਨਿੱਕੀਆਂ ਤੇ ਗੋਲ। ਕਿੰਨਾ ਚਿਰ ਉਹ ਟਿਕੀ ਲਗਾਈ ਫੋਟੋ ਵੱਲ ਦੇਖਦੀ ਰਹੀ। ਹੌਲੀ ਹੌਲੀ ਉਸਨੂੰ ਫੋਟੋ ਵਿੱਚ ਗੁਰਲਾਲ ਦਿਖਾਈ ਦੇਣੋਂ ਹਟ ਗਿਆ ਸੀ। ਉਸ ਦੀ ਥਾਵੇਂ ਮਨਵੀਰ ਦਾ ਹੱਸਦਾ ਚਿਹਰਾ ਦਿਖਾਈ ਦੇਣ ਲੱਗ ਗਿਆ ਸੀ। ਪਲਕ ਝਪਦਿਆਂ ਹੀ 2 ਸਾਲ ਬੀਤ ਗਏ। 2 ਸਾਲਾਂ ਵਿੱਚ ਉਹਨਾਂ ਦੋਵਾਂ ਨੇ ਕਿੰਨਾ ਹੀ ਪੈਂਡਾ ਤੈਅ ਕਰ ਲਿਆ ਸੀ। ਦੋਵਾਂ ਦੇ ਜਿਸਮ ਦੀ ਮਹਿਕ ਕੋਲ ਕੋਲ ਫਿਰਦੀ ਰਹੀ ਸੀ। ਉਸ ਤੇ ਮਨਵੀਰ ਉਹਦੇ ਮਨਵੀਰ ਮਿਲਣ ਲਈ ਇੱਕ ਸਮੇਂ ਦੀ ਭਾਲ ਵਿੱਚ ਰਹਿੰਦੇ ਸਨ। ਮਨਵੀਰ ਦੇ ਉਹਨਾਂ ਦੇ ਘਰ ਆਨੇ ਬਹਾਨੇ ਵੱਜਦੇ ਗੇੜੇ ਵਿੱਚ ਢੇਰਾਂ ਵਾਧਾ ਹੋਇਆ ਸੀ। ਚਰਨੋਂ ਨੇ ਵੀ ਮਨਵੀਰ ਨੂੰ ਮਿਲਣ ਲਈ ਝੂਠ ਦੇ ਹਜ਼ਾਰਾਂ ਕਲਮੇ ਪੜ੍ਹੇ ਸਨ। ਦੋਹਾਂ ਦੇ ਘਰਾਂ ਵਿੱਚ ਸਵੇਰ ਦੀ ਦੱਬੀ ਜਿਹੀ ਕੈਂਸ ਕੈਂਸ ਚੱਲ ਰਹੀ ਸੀ। ਗੁਰਲਾਲ ਨੇ ਕਈ ਵਾਰੀ ਗੱਲਾਂ ਵਿੱਚ ਚਰਨੋਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਗੁਰਲਾਲ ਦੇ ਮਾਂ-ਪਿਓ ਨੇ ਲਾਲ ਆਨੇ ਕੱਢ ਕੇ ਉਹਨੂੰ ਡਰਾਉਣਾ ਚਾਹਿਆ, ਪਰ ਉਸਨੇ ਕੋਈ ਅਸਰ ਨਾ ਹੁੰਦਾ ਵੇਖ ਕੇ ਆਪਣੀ ਮਿੱਟੀ ਖਰਾਬ ਹੋਣ ਦੇ ਡਰੋਂ ਚੁੱਪ ਕਰ ਜਾਣਾ ਹੀ ਬਿਹਤਰ ਸਮਝਿਆ ਸੀ। ਅਨੇਕਾਂ ਵਾਰ ਗੁਰਲਾਲ ਦੀ ਮਾਂ ਨੇ ਮਨਵੀਰ ਦੀ ਮਾਂ ਕੋਲ ਉਲਾਂਭੇ ਵਰਗੀਆਂ ਗੱਲਾਂ ਕਰ ਆਈ ਸੀ। ਅਨੇਕਾਂ ਵਾਰ ਮਨਵੀਰ ਦੇ ਮਾਂ-ਪਿਓ ਨੇ ਮਨਵੀਰ ਨੂੰ ਕੋਲ ਬਿਠਾ ਆਪਣੀ ਇੱਜ਼ਤ ਦਾ ਵਾਸਤਾ ਪਾ ਕੇ ਵਰਜਿਆ ਸੀ, ਭਾਈ ਆਪਣੀ ਧੀ ਨੂੰ ਸਮਝਾਓ ਬੁਝਾਓ, ਐਵੇਂ ਬਗਾਨੇ ਪੁੱਤ ਦੇ ਕਤਲ ਕਰਾ ਦੂ। ਮਨਵੀਰ ਦੀ ਮਾਂ ਚਰਨੋਂ ਦੀ ਮਾਂ ਕੋਲ ਵੀ ਜੱਕਦੀ ਸੀ। ਚਰਨੋਂ ਨੂੰ ਉਸ ਦੀ ਮਾਂ ਨੇ ਵੀ ਅੰਦਰ ਵੜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਅਨੇਕਾਂ ਵਾਰ ਗੁਰਲਾਲ ਨੇ ਚਰਨੋਂ ਨੂੰ ਕੁੱਟ ਕੇ ਸਿੱਧਾ ਕਰਨ ਲਈ ਗੁਰਲਾਲ ਨੂੰ ਕਸਾਇਆ ਸੀ। 2-3 ਵਾਰ ਗੁਰਲਾਲ ਨੇ ਚਰਨੋਂ ਨੂੰ ਕੁੱਟਣ ਦੀਆਂ ਨੀਅਤ ਨਾਲ ਸ਼ਰਾਬ ਵੀ ਪੀਤੀ, ਪਰੰਤੂ ਚਰਨੋਂ ਦੇ ਸਾਹਮਣੇ ਆਉਂਦਿਆਂ ਹੀ ਉਹ ਮੋਮ ਵਾਂਗ ਪਿਘਲ ਜਾਂਦਾ ਰਿਹਾ। ਇਹਨਾਂ 2 ਸਾਲਾਂ ਵਿੱਚ ਹੀ ਚਰਨੋਂ ਦੀ ਗੋਦੀ ਵਿੱਚ ਇੱਕ ਗੋਬਲੇ ਗੋਰੇ ਨਕਸ਼ੇ ਵਾਲੇ ਬੱਚੇ ਨੇ ਭਰ ਦਿੱਤੀ ਸੀ। ਗੁਰਲਾਲ ਦੇ ਮਾਂ-ਪਿਓ ਨੇ ਲੋਕਾਂ ਵੱਲੋਂ ਮਿਲਦੀਆਂ ਵਧਾਈਆਂ ਦਾ ਜਵਾਬ ਬੈਠੀ ਜਿਹੀ ਆਵਾਜ਼ ਵਿੱਚ ਦਿੱਤਾ। ਪਿੰਡ ਦੀ ਚਾਂਬਲ ਦੀ ਮੰਡੀਰ ਨੇ ਮਨਵੀਰ ਨੂੰ ਵਧਾਈਆਂ ਦਿੱਤੀਆਂ ਸਨ। ਗੁਰਲਾਲ ਸਿਆਂ ਬਈ ਮੁੰਡਾ ਤਾਂ ਤੇਰੇ ਤੇ ਹੈ ਨਹੀਂ, ਕਿੱਥੇ ਤੇਰੇ ਡੱਡੂ ਵਰਗੇ ਨੈਣ ਨਕਸ਼ ਤੇ ਕਿੱਥੇ ਉਸਦਾ ਨੱਕ ਤਿੱਖਾ ਤੋਤੇ ਵਰਗਾ। ਕਈਆਂ ਨੇ ਗੁਰਲਾਲ ਨੂੰ ਗੁੱਝੀਆਂ ਟਕੋਰਾਂ ਲਗਾਈਆਂ ਸਨ। ਚਰਨੋਂ ਕੁਰੇ ਮੁੰਡਾ ਤਾਂ ਭਾਈ ਬੁਲਾਈ ਸੋਹਣਾ ਹੈ, ਵਾਹ ਵਾਹ ਆਪਣੇ ਪਿਓ ਤੇ ਨਹੀਂ ਗਿਆ। ਕੋਈ ਗਵਾਂਢਣ ਬੋਲੀ ਸੀ, ਭੈਣੇ ਇਹ ਚੀਜ਼ ਕਿਤੇ ਧਰੀ ਪਈ ਹੈ, ਰੱਬ ਨੇ ਮੁੰਡਾ ਦੇਤਾ ਜਿਹਦੇ ਵਰਗਾ ਮਰਜ਼ੀ ਹੋਵੇ। ਦੂਜੀ ਨੇ ਤੀਰ ਟਿਕਾਣੇ ਲਾਇਆ ਸੀ। ਉਸ ਸਮੇਂ ਪਹਿਲੀ ਵਾਰ ਚਰਨੋਂ ਤੋਂ ਆਪਣੇ ਆਪ ਨੂੰ ਨਮੋਚੀ ਜਿਹੀ ਆਈ ਸੀ। ਉਸਨੇ ਗੌਰ ਨਾਲ ਮੁੰਡੇ ਦੇ ਨੈਣ ਨਕਸ਼ ਨੇਤਰ ਦੇਖੇ। ਜੀ ਕਾਲਾ ਪਿਆ ਸੀ। ਬੀਤੇ 2 ਸਾਲ ਉਸਨੂੰ ਮੱਸਿਆ ਵਰਗੇ ਕਾਲੇ ਪ੍ਰਤੀਤ ਹੋਏ। ਉਸਦਾ ਮੂੰਹ ਬੁਰੀ ਤਰ੍ਹਾਂ ਕੁੜੱਤਣ ਨਾਲ ਭਰ ਗਿਆ। ਉਸਨੂੰ ਮਹਿਸੂਸ ਹੋਇਆ ਜਿਵੇਂ ਬੀਤੇ 2 ਸਾਲਾਂ ਦਾ ਸਫ਼ਰ ਕੰਡਿਆਂ 'ਤੇ ਤੁਰ ਕੇ ਤੈਅ ਕੀਤਾ ਹੋਵੇ। ਉਸਨੂੰ ਆਪਣੇ ਅੰਗ ਅੰਗ ਵਿੱਚ ਜਲਨ ਹੁੰਦੀ ਪ੍ਰਤੀਤ ਹੋਈ। ਗੁਰਲਾਲ ਦੀਆਂ ਗੱਲਾਂ ਚਰਨੋਂ ਦੇ ਕੰਨਾਂ ਵਿੱਚ ਹਥੌੜੇ ਵਾਂਗ ਵੱਜਣ ਲੱਗੀਆਂ। ਬੱਤੀ ਜਗਾ ਲੈਂਦੇ ਐਵੇਂ ਹਨੇਰੇ 'ਚ ਟੱਕਰਾਂ ਮਾਰੀ ਜਾਨਾ, ਹਨੇਰੇ ਵਿੱਚ ਕੰਮ ਕਰਦੇ
ਨੂੰ ਇੱਕ ਵਾਰ ਉਸਨੇ ਕਿਹਾ ਸੀ, ਲੈ ਜਦੋਂ ਤੂੰ ਵਿਹੜੇ 'ਚ ਫਿਰਦੀ ਹੈ ਤਾਂ ਕਿਸੇ ਹੋਰ ਚਾਨਣ ਦੀ ਕੀ ਲੋੜ ਹੈ। ਗੁਰਲਾਲ ਨੇ ਹਿੱਕ ਚੌੜੀ ਕਰਕੇ ਉਸ ਨੂੰ ਕਿਹਾ ਸੀ। ਸੁਣ ਕੇ ਉਹ ਇੱਕਦਮ ਲਾਲ ਸੂਈ ਹੋਈ ਸੀ। ਗੁਰਲਾਲ ਸਾਰੀ ਦਿਹਾੜੀ ਉਸ ਦੇ ਅੱਗੇ ਪਿੱਛੇ ਫਿਰਦਾ ਰਿਹਾ, ਉਸ ਦੀ ਸੇਵਾ ਕਰਦਾ, ਕਦੇ ਨਹੀਂ ਸੀ ਥੱਕਿਆ। ਉਸ ਨੂੰ ਖੁਸ਼ ਕਰਨ ਲਈ ਉਹ ਹਰ ਇੱਕ ਵਾਹ ਲਾਈ ਜਾਂਦਾ ਸੀ। ਅਸਲੀਅਤ ਜਾਣਦਿਆਂ ਵੀ ਗੁਰਲਾਲ ਨੇ ਦੀਪੂ ਨੂੰ ਚੁੱਕ ਕੇ ਲਾਡ ਪਿਆਰ ਕੀਤਾ ਸੀ। ਅੱਜ ਫਿਰ ਗੁਰਲਾਲ ਦਾ ਸਾਧਪੁਣਾ ਉਸ ਦੀਆਂ ਅੱਖਾਂ ਅੱਗੇ ਆ ਖੜਿਆ ਸੀ। ਉਸਨੇ ਝੂਲੇ ਵਿੱਚ ਸੁੱਤੇ ਪਏ ਦੀਪੂ ਦੇ ਨਾਲ ਨੈਣ ਨਕਸ਼ ਤੇ ਨੇਤਰ ਗੌਰ ਨਾਲ ਦੇਖੇ ਤਾਂ ਦਿਲ ਘਾਉ-ਮਾਊ ਹੋਣ ਲੱਗ ਪਿਆ ਸੀ। ਉਸ ਨੂੰ ਦੀਪੂ ਕੋਈ ਦੁੱਧ ਚੁੰਘਦਾ ਸਪੋਲੀਆ ਜਾਪਿਆ। ਉਸਨੇ ਨਫ਼ਰਤ ਭਰੀਆਂ ਨਿਗਾਹਾਂ ਨਾਲ ਦੀਪੂ ਵੱਲ ਦੇਖਿਆ। ਅਜੀਬ ਜਿਹੀ ਦੁਰਗੰਧ ਆਪਣੇ ਆਲੇ ਦੁਆਲੇ 'ਚੋਂ ਆਉਂਦੀ ਪ੍ਰਤੀਤ ਹੋਈ। ਆਪਣਾ ਅੰਦਰ ਉਸ ਨੂੰ ਲਾਹਨਤਾਂ ਪਾ ਰਿਹਾ ਸੀ। ਚਰਨੋਂ ਨੇ ਦਰਵਾਜ਼ੇ 'ਚੋਂ ਬਾਹਰ ਬੀਹੀ ਵੱਲ ਝਾਤੀ ਮਾਰੀ। ਮਨਵੀਰ ਮਿਲਣ ਦੇ ਵਕਤ ਅਨੁਸਾਰ ਵੀਹੀ ਦਾ ਮੋੜ ਮੁੜ ਪਿਆ ਸੀ। ਚਰਨੋਂ ਨੇ ਆਪਣੇ ਸਿਰ ਉੱਪਰਲੀ ਚੁੰਨੀ ਨੂੰ ਸਵਾਰ ਕੇ ਠੀਕ ਕੀਤਾ, ਜਿਵੇਂ ਕਿਸੇ ਨਵੇਂ ਮੰਜ਼ਿਲ ਵੱਲ ਜਾਣ ਦੀ ਤਿਆਰੀ ਕਰ ਰਹੀ ਹੋਵੇ। ਚਰਨੋਂ, ਕੀ ਹਾਲ ਹੈ ਮੇਰੇ ਦੀਪੂ ਪੁੱਤ ਦਾ? ਬਸ ਹਾਂ, ਠੀਕ ਹੈ। ਉਹ ਥੋੜ੍ਹੀ ਜਿਹੀ ਘਬਰਾਈ, ਪਰ ਛੇਤੀ ਆਪਣੇ ਆਪ ਨੂੰ ਪਹਿਲਾਂ ਸਿਰ ਕਰ ਲਿਆ। ਚਰਨੋਂ ਦੀ ਗੱਲ ਘਬਰਾਈ ਹੋਈ ਲੱਗ ਰਹੀ ਸੀ। ਕੀ ਗੱਲ? ਮਨਵੀਰ ਦਾ ਮੱਥਾ ਠਣਕਿਆ। ਮਨਵੀਰ, ਤੂੰ ਆਪਣੇ ਬਾਈ ਹੁੰਦੇ ਤੋਂ ਘਰ ਆਇਆ ਕਰ। ਭਾਬੀ? ਮਨਵੀਰ ਦੇ ਮੂੰਹੋਂ ਸੁੱਚੇ ਮੂੰਹ ਇਹੀ ਗੱਲ ਨਿਕਲੀ। ਚਰਨੋਂ ਦੀ ਥਾਂ ਭਾਬੀ ਨਿਕਲ ਗਿਆ ਸੀ। ਹਾਂ ਮਨਵੀਰ, ਜਿਹੜੀ ਹੋ ਗਈ ਉਹਨੂੰ ਭੁੱਲ ਜਾਈਏ ਤਾਂ ਚੰਗਾ ਹੋਊ। ਸਾਊ ਲੋਕ ਅੱਕ ਘਰਾਂ 'ਚ ਨਹੀਂ ਬੀਜਦੇ। ਮਨਵੀਰ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ ਸੀ। ਚਰਨੋਂ ਨੂੰ ਜਾਪਿਆ ਜਿਵੇਂ ਉਸਨੇ ਵਿਹੜੇ ਦੇ ਵਿਚਾਲੇ ਉੱਗਿਆ ਅੱਕ ਦਾ ਬੂਟਾ ਪੁੱਟ ਕੇ ਦੂਰ ਵਗਾ ਮਾਰਿਆ ਹੋਵੇ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ ਅੱਕ ਦਾ ਬੂਟਾ। ਤੁਹਾਨੂੰ ਕਿਸ ਤਰ੍ਹਾਂ ਲੱਗੀ? ਕਮੈਂਟ ਬਾਕਸ ਵਿੱਚ ਆਪਣੇ ਕਮੈਂਟ ਜ਼ਰੂਰ ਦੱਸਿਓ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।